ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਦੇ ਵਿੱਚ ਅਸੀਂ ਤੂੜੀ ਵਾਲਾ ਕੋਠਾ ਇਕਾਂਗੀ ਦੀ ਸਾਹਿਤਕ ਸਮੀਖਿਆ ਲੈ ਕੇ ਹਾਜ਼ਰ ਹੋਏ ਹਾਂ। ਇਹ ਇਕਾਂਗੀ ਅਜਮੇਰ ਸਿੰਘ ਔਲਖ ਦੀ ਰਚਨਾ ਹੈ, ਜਿਨ੍ਹਾਂ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਅਸੀਂ ਪਿਛਲੇ ਲੈਕਚਰ ਦੇ ਵਿੱਚ ਵਿਸਤਾਰ ਵਿੱਚ ਚਰਚਾ ਕੀਤੀ ਸੀ। ਅੱਜ ਦਾ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ, ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਨਾਲ ਹੀ ਇਸ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਲੈਕਚਰ ਲੜੀਆਂ ਸੁਣਦੇ ਰਹਿਣਾ ਅਤੇ ਸਾਹਿਤਕ ਸੱਥ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਵਿੱਚ ਵੀ ਸਾਂਝਾ ਕਰ ਦੇਣਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਤੂੜੀ ਵਾਲਾ ਕੋਠਾ ਇਕਾਂਗੀ ਦੇ ਪਾਤਰਾਂ ਦੀ ਜੋ ਮੁੱਢਲੀ ਜਾਣ ਪਛਾਣ ਹੈ, ਇਹਨਾਂ ਵਿੱਚ ਸੰਤੂ ਅਤੇ ਜੈਕੁਰ ਜੋ ਕਿ ਪਤੀ ਪਤਨੀ ਹਨ। ਸੰਤੂ ਦੀ ਉਮਰ ਲਗਭਗ 60 ਸਾਲ ਦੇ ਕਰੀਬ ਹੈ ਅਤੇ ਜੈਕੁਰ ਜੋ ਹੈ ਉਹ 55 ਕੁ ਸਾਲ ਦੀ ਤੀਵੀਂ ਸੀ, ਜੋ ਕਿ ਮੌਤ ਦੀ ਆਗੋਸ਼ ਵਿੱਚ ਸਮਾ ਚੁੱਕੀ ਹੈ। ਇਹਨਾਂ ਦੇ 4 ਪੁੱਤਰ ਹਨ, ਧਰਮਾ, ਕਰਮਾ, ਤਿੰਦੀ ਅਤੇ ਨਾਰੀ। ਮਿੰਦੋ ਇਸ ਇਕਾਂਗੀ ਦੇ ਵਿੱਚ ਨਾਰੀ ਦੀ ਪ੍ਰੇਮਿਕਾ ਹੈ। ਜੰਗੀਰਾ ਪਿੰਡ ਦਾ ਇੱਕ ਮਨੁੱਖ ਹੈ ਜੋ ਕਿ ਸੰਤੂ ਅਤੇ ਜੈਕੁਰ ਦੇ ਪਰਿਵਾਰ ਦੇ ਨਾਲ ਹਮਦਰਦੀ ਰੱਖਦਾ ਹੈ। ਸ਼ਹੀਦ ਛਾਇਆ ਰੂਪ ਦੇ ਵਿੱਚ ਇਸ ਇਕਾਂਗੀ ਵਿੱਚ ਪੇਸ਼ ਹੁੰਦਾ ਹੈ। ਹਾਲਾਂਕਿ ਉਹ ਸਿਰਫ ਸੰਤੂ ਨੂੰ ਹੀ ਵਿਖਾਈ ਦਿੰਦਾ ਹੈ, ਕਿਸੇ ਹੋਰ ਨੂੰ ਨਜ਼ਰ ਨਹੀਂ ਆਉਂਦਾ। ਇਸ ਇਕਾਂਗੀ ਦੀਆਂ ਘਟਨਾਵਾਂ ਦੇ ਵਾਪਰਨ ਦਾ ਸਮਾਂ ਜੋ ਹੈ ਚੜ੍ਹਦੇ ਸਿਆਲ ਦਾ ਡੁੱਬਦਾ ਦਿਨ ਅਤੇ ਸਥਾਨ ਪਿੰਡ ਦੇ ਇੱਕ ਗਰੀਬ ਕਿਸਾਨ ਦੇ ਵਿਹੜੇ ਨੂੰ ਹੀ ਇਸ ਇਕਾਂਗੀ ਦਾ ਰੰਗਮੰਚ ਦੇ ਵਜੋਂ ਪੇਸ਼ ਕੀਤਾ ਗਿਆ ਹੈ, ਜਿੱਥੇ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਇਕਾਂਗੀ ਦਾ ਜੋ ਮੁੱਖ ਬੋਲ ਹਨ, ਇਕਾਂਗੀ ਦੀ ਸ਼ੁਰੂਆਤ ਦੇ ਵਿੱਚ ਸਿਰਜੇ ਗਏ ਹਨ। ਮਾਇਆ ਦੀ ਇਸ ਦੁਨੀਆ ਅੰਦਰ ਤੂੰ ਇੱਕ ਪੈਸਾ ਖੋਟਾ, ਕਾਹਦੇ ਲਈ ਰੱਖੀ ਸਾਂਭ ਕੇ ਤੇਰੀ ਦੇਹ ਤੂੜੀ ਦਾ ਕੋਠਾ। ਇਹਨਾਂ ਬੋਲਾਂ ਦੇ ਵਿੱਚੋਂ ਹੀ ਸਾਰੀ ਇਕਾਂਗੀ ਜੋ ਹੈ ਆਪਣਾ ਵਿਸਤਾਰ ਗ੍ਰਹਿਣ ਕਰਦੀ ਹੈ। ਇਕਾਂਗੀ ਦੇ ਜੋ ਵਿਸ਼ੇ ਵਸਤੂ ਬਾਰੇ ਭਾਵ ਤੂੜੀ ਵਾਲਾ ਕੋਠਾ ਇਕਾਂਗੀ ਦੀ ਜੋ ਸਾਹਿਤਕ ਵਿਆਖਿਆ ਹੈ ਉਹ ਇਹਨਾਂ ਤੱਤਾਂ ਦੇ ਆਧਾਰ 'ਤੇ ਅਸੀਂ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਾਂਗੇ ਇਕਾਂਗੀ ਦਾ ਵਿਸ਼ਾ, ਕਿਉਂਕਿ ਤੂੜੀ ਵਾਲਾ ਕੋਠਾ ਇਕਾਂਗੀ ਦਾ ਮੁੱਖ ਵਿਸ਼ਾ ਜੋ ਹੈ ਉਹ ਮਾਇਆਧਾਰੀ ਅਤੇ ਮਾਇਆਹੀਨ, ਭਾਵ ਜੋ ਸਾਡੇ ਸਮਾਜ ਦਾ ਪੂੰਜੀਵਾਦੀ ਮਨੁੱਖ ਹੈ, ਭਾਵ ਪੂੰਜੀ 'ਤੇ ਕਾਬਜ਼ ਜੋ ਸ਼ਕਤੀਆਂ ਹਨ ਅਤੇ ਜੋ ਦੌਲਤਹੀਨ ਮਨੁੱਖ ਹੈ, ਭਾਵ ਗਰੀਬ ਅਤੇ ਅਮੀਰ ਦਾ ਜੋ ਸਾਡੇ ਸਮਾਜ ਦੇ ਵਿੱਚ ਇੱਕ ਟਕਰਾਅ ਹੈ, ਉਸ ਸਥਿਤੀ ਨੂੰ ਇਸ ਇਕਾਂਗੀ ਦਾ ਵਿਸ਼ਾ ਬਣਾਇਆ ਗਿਆ ਹੈ। ਕਿਉਂਕਿ ਇਕਾਂਗੀ ਦਾ ਮੁੱਖ ਜੋ ਘਟਨਾਕ੍ਰਮ ਸ਼ੁਰੂ ਹੁੰਦਾ ਹੈ ਜਦੋਂ ਇਸ ਇਕਾਂਗੀ ਦੇ ਵਿੱਚ ਇਕਾਂਗੀ ਦੇ ਮੁੱਖ ਪਾਤਰ ਸੰਤੂ ਦਾ ਛੋਟਾ ਭਰਾ ਜੋ ਕਿ ਫੌਜ ਦੇ ਵਿੱਚ ਅਫਸਰ ਵੀ ਸੀ ਰਿਹਾ ਅਤੇ ਨਾਲ ਹੀ ਉਹ ਵੱਡੀ ਢੇਰੀ ਦਾ ਮਾਲਕ ਵੀ ਸੀ। ਉਹ ਆਪਣੀ ਪਿਛਲੀ ਉਮਰ ਦੇ ਵਿੱਚ ਜਾ ਕੇ ਆਪਣੀ ਦੌਲਤ ਦੇ ਦਮ 'ਤੇ ਆਪਣੇ ਹੀ ਭਤੀਜੇ ਨਾਰੀ ਦੀ ਪ੍ਰੇਮਿਕਾ ਮਿੰਦੋ ਨੂੰ ਜਦੋਂ ਵਿਆਹ ਲਿਆਉਂਦਾ ਹੈ, ਅਤੇ ਇੱਥੋਂ ਹੀ ਇਸ ਇਕਾਂਗੀ ਦਾ ਸਾਰਾ ਦੁਖਾਂਤ ਸ਼ੁਰੂ ਹੁੰਦਾ ਹੈ। ਕਿਉਂਕਿ ਨਾਰੀ ਜੋ ਹੈ ਰੋਹ ਦੇ ਵਿੱਚ ਆ ਕੇ, ਗੁੱਸੇ ਵਿੱਚ ਆ ਕੇ ਆਪਣੇ ਚਾਚੇ ਦਾ ਕਤਲ ਕਰ ਦਿੰਦਾ ਹੈ ਅਤੇ ਕੁਦਰਤੀ ਗੱਲ ਹੈ ਕਿ ਨਾਰੀ ਨੂੰ ਜੇਲ੍ਹ ਜਾਣਾ ਪੈਂਦਾ ਹੈ। ਮੁਕੱਦਮੇ ਦੀ ਪੈਰਵਾਈ ਕਰਦਿਆਂ ਹੋਇਆਂ ਸੰਤੂ ਦੇ ਪਰਿਵਾਰ ਦੀ ਜੋ ਥੋੜ੍ਹੀ ਬਹੁਤ ਜ਼ਮੀਨ ਸੀ ਉਹ ਵੀ ਵੇਖ ਕੇ ਮੁਕੱਦਮੇ 'ਤੇ ਲੱਗ ਜਾਂਦੀ ਹੈ। ਅੰਤ ਨਾਰੀ ਫਾਹੇ ਲੱਗ ਜਾਂਦਾ ਹੈ, ਭਾਵ ਨਾ ਨਾਰੀ ਰਹਿੰਦਾ ਹੈ ਅਤੇ ਨਾ ਹੀ ਘਰ ਦੀ ਜ਼ਮੀਨ ਜਾਇਦਾਦ ਰਹਿੰਦੀ ਹੈ, ਔਰ ਘਰ ਦੇ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਬਦਤਰ ਹੋਣਾ ਸ਼ੁਰੂ ਹੋ ਜਾਂਦੇ ਹਨ। ਕਿਉਂਕਿ ਇਸ ਇਕਾਂਗੀ ਦੇ ਵਿੱਚ ਜੋ ਜੈਕੁਰ ਹੈ ਸੰਤੂ ਦੀ ਪਤਨੀ, ਉਹ ਪਹਿਲਾਂ ਹੀ ਚੜ੍ਹਾਈ ਕਰ ਚੁੱਕੀ ਹੈ। ਘਰ ਦੇ ਵਿੱਚ ਕੋਈ ਔਰਤ ਨਹੀਂ ਹੈ ਔਰ ਔਰਤ ਤੋਂ ਬਿਨਾਂ ਸਮਾਜ ਦੀ, ਘਰ ਦੀ ਜਾਂ ਮਨੁੱਖ ਦੀ ਜ਼ਿੰਦਗੀ ਦੀ ਕਿਹੋ ਜਿਹੀ ਹਾਲਤ ਹੁੰਦੀ ਹੈ ਉਹ ਇਸ ਇਕਾਂਗੀ ਤੋਂ ਸਪਸ਼ਟ ਹੋ ਰਹੀ ਹੈ। ਕਿਉਂਕਿ ਔਰਤ ਜੋ ਹੈ ਉਹ ਘਰ ਦਾ ਸ਼ਿੰਗਾਰ ਹੈ, ਔਰਤ ਤੋਂ ਹੀ ਘਰ ਪਰਿਵਾਰ ਦਾ ਵਿਕਾਸ ਹੁੰਦਾ ਹੈ। ਔਰਤ ਦੀ ਅਣਹੋਂਦ ਦੇ ਵਿੱਚ ਮਨੁੱਖ ਦੀ ਜ਼ਿੰਦਗੀ ਇੱਕ ਤੂੜੀ ਵਾਲੇ ਕੋਠੇ ਦੇ ਬਰਾਬਰ ਬਣ ਕੇ ਰਹਿ ਜਾਂਦੀ ਹੈ। ਇਸ ਤੱਥ ਨੂੰ ਹੀ ਇਕਾਂਗੀਕਾਰ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਜਿਵੇਂ ਜਿਵੇਂ ਸਾਡੇ ਸਮਾਜ ਦੇ ਵਿੱਚ ਜੋ ਸਮਾਜ ਦਾ ਨਜ਼ਰੀਆ ਹੈ ਕੰਨਿਆਵਾਂ ਦੇ ਪ੍ਰਤੀ ਜਾਂ ਲੜਕੀ ਦੇ ਜਨਮ ਤੋਂ ਪਹਿਲਾਂ ਹੀ ਉਸ ਨੂੰ ਜੋ ਮਾਰ ਦੇਣ ਦੀ ਸਥਿਤੀ ਹੈ, ਉਸ ਸਦਕਾ ਸਮਾਜ ਦੇ ਵਿੱਚ ਜਿਸ ਤਰ੍ਹਾਂ ਅਸੰਤੁਲਨ ਪੈਦਾ ਹੋ ਜਾਂਦਾ ਹੈ, ਉਹ ਅਸੰਤੁਲਨ ਜੋ ਹੈ ਅੰਤ ਮਨੁੱਖ ਦੇ ਲਈ ਕਿੰਨਾ ਘਾਤਕ ਸਿੱਧ ਹੁੰਦਾ ਹੈ।
ਇਹ ਵੀ ਇਸ ਇਕਾਂਗੀ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ। ਅਤੇ ਦੂਜਾ, ਇਸ ਇਕਾਂਗੀ ਦੇ ਵਿੱਚ ਲੇਖਕ ਨੇ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਸਾਡਾ ਪੂੰਜੀਵਾਦੀ ਨਿਜ਼ਾਮ ਹੈ ਉਹ ਆਮ ਮਨੁੱਖ ਦੀ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਕਿਸ ਹੱਦ ਤੱਕ ਲੀਲ ਜਾਂਦਾ ਹੈ ਕਿ ਆਮ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀ ਜਾਂ ਜੋ ਖੇੜਾ ਹੈ ਉਸਦੀ ਜ਼ਿੰਦਗੀ ਦੇ ਵਿੱਚ ਉਹ ਸੁਪਨੇ ਦੀ ਨਿਆਈ ਹੋ ਜਾਂਦਾ ਹੈ। ਜਿਵੇਂ ਕਿ ਇਸ ਇਕਾਂਗੀ ਦੇ ਵਿੱਚ ਵੀ ਜਦੋਂ ਧਿੰਦੀ ਦਾ ਘਰ ਵਿੱਚ ਪ੍ਰਵੇਸ਼ ਹੁੰਦਾ ਹੈ ਤਾਂ ਉਹ ਕਿਉਂਕਿ ਸ਼ਰਾਬ ਦੇ ਨਾਲ ਰੱਜਿਆ ਹੋਇਆ ਘਰ ਆਉਂਦਾ ਹੈ ਅਤੇ ਉਸ ਹਾਲਤ ਦੇ ਵਿੱਚ ਉਹ ਆਪਣੇ ਭਰਾਵਾਂ ਨੂੰ ਥੋੜ੍ਹਾ ਅੱਖੜ ਸ਼ਬਦ ਵੀ ਬੋਲਦਾ ਹੈ। ਨਾਲ ਹੀ ਨਾਲ ਉਸ ਦੀ ਜੋ ਮਨੋਸਥਿਤੀ ਹੈ ਇਸ ਤੋਂ ਪੈਦਾ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਜੋ ਹੈ ਜੋ ਅਤੀਤ ਦੇ ਵਿੱਚ ਜਿਉਣ ਵਾਲਾ ਮਨੁੱਖ ਹੈ, ਨਾਰੀ ਦੇ ਮਰ ਜਾਣ ਤੋਂ ਬਾਅਦ, ਫਾਹੇ ਲੱਗ ਜਾਣ ਤੋਂ ਬਾਅਦ ਉਹਨਾਂ ਦੇ ਸਾਰੇ ਭਰਾਵਾਂ ਦੀ ਜੋ ਮਾਨਸਿਕ ਸਥਿਤੀ ਹੈ ਉਹ ਕਿਸ ਤਰ੍ਹਾਂ ਦੀ ਹੋ ਚੁੱਕੀ ਹੈ ਕਿ ਨਾਰੀ ਇਸ ਇਕਾਂਗੀ ਦੇ ਵਿੱਚ ਅੰਤ ਮਿੰਦੋ ਨੂੰ ਧੱਕੇ ਦੇ ਨਾਲ ਆਪਣੇ ਘਰ ਵਿਆਹ ਕੇ ਲਿਆਉਣ ਦੀ ਗੱਲ ਤੋੜਦਾ ਹੈ। ਔਰ ਰਾਤ ਜੋ ਉਸਨੇ ਸੁਪਨਾ ਇੱਕ ਵੇਖਿਆ ਸੀ ਨਾਰੀ ਅਤੇ ਮਿੰਦੋ ਦੇ ਵਿਆਹ ਦਾ, ਉਹ ਆਪਣੇ ਭਰਾਵਾਂ ਦੇ ਨਾਲ ਸਾਂਝਾ ਕਰਦਾ ਹੈ। ਇਸੇ ਦੌਰਾਨ ਸਾਰੇ ਭਰਾ ਜਿਹੜੇ ਨੇ ਉਹ ਬੋਲੀਆਂ ਵੀ ਪਾਉਂਦੇ ਹਨ, ਹੱਸਦੇ ਖੇਡਦੇ ਨੱਚਦੇ ਹਨ, ਪਰ ਜਦੋਂ ਸੁਪਨਾ ਟੁੱਟਦਾ ਹੈ ਤਾਂ ਉਹ ਫਿਰ ਉਸੇ ਹੀ ਦੁਖਾਂਤਕ ਸਥਿਤੀ ਦੇ ਵਿੱਚ ਪਏ ਹੁੰਦੇ ਹਨ, ਜਿੱਥੋਂ ਇਹ ਸਿੱਧ ਹੁੰਦਾ ਹੈ ਕਿ ਇੱਕ ਗਰੀਬ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਜਿਹੜੀਆਂ ਨੇ ਉਹ ਸੁਪਨੇ ਵਿੱਚ ਤਾਂ ਉਸਨੂੰ ਮਿਲ ਸਕਦੀਆਂ ਹਨ, ਹਕੀਕਤ ਜਿਹੜੀ ਹੈ ਉਹ ਬਹੁਤ ਹੀ ਕੌੜੀ ਹੈ, ਦੁਖਦਾਈ ਹੈ, ਜਿਸ ਦਾ ਸਾਹਮਣਾ ਕਰਨਾ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਇਸ ਤਰ੍ਹਾਂ ਇਸ ਇਕਾਂਗੀ ਦਾ ਜੋ ਵਿਸ਼ਾ ਉਹ ਬੜਾ ਹੀ ਭਾਵਪੂਰਤ ਹੈ ਔਰ ਜੋ ਸਾਡਾ ਮਾਲਵਾ ਖਿੱਤਾ ਹੈ ਔਰ ਖ਼ਾਸ ਕਰਕੇ ਮਾਲਵੇ ਖਿੱਤੇ ਦਾ ਜੋ ਪੇਂਡੂ ਜਨਜੀਵਨ ਹੈ ਉਸ ਦੀ ਬਹੁਤ ਹੀ ਭਾਵਪੂਰਤ ਢੰਗ ਦੇ ਨਾਲ ਅਜਮੇਰ ਸਿੰਘ ਔਲਖ ਨੇ ਪੇਸ਼ਕਾਰੀ ਕੀਤੀ ਹੈ, ਉਹਨਾਂ ਦੀਆਂ ਸਮੱਸਿਆਵਾਂ ਨੂੰ। ਔਰ ਖ਼ਾਸ ਕਰਕੇ ਜੋ ਬੇਜ਼ਮੀਨੇ ਜੱਟ ਹਨ, ਕਿਸ ਤਰ੍ਹਾਂ ਜ਼ਮੀਨ ਦੀ ਅਣਹੋਂਦ ਸਦਕਾ ਉਸਦੇ ਪੁੱਤਰਾਂ ਦਾ ਅਣਵਿਆਹੇ ਰਹਿ ਜਾਣਾ ਔਰ ਇਸ ਤੋਂ ਹੀ ਜੋ ਹੈ ਦੁਖਾਂਤ ਦਾ ਜਾਂ ਘਰ ਦੀ ਸਥਿਤੀ ਦਾ ਜੋ ਹੈ ਬਦ ਤੋਂ ਬਦਤਰ ਹੋ ਜਾਣਾ ਪ੍ਰਗਟਾਇਆ ਹੈ। ਇਸ ਇਕਾਂਗੀ ਦਾ ਪਲਾਟ ਜੋ ਹੈ ਉਹ ਬੇਹੱਦ ਗੁੰਦਵਾਂ ਹੈ। ਘਟਨਾਵਾਂ ਦੀਆਂ ਜੋ ਘਟਨਾ ਦੀਆਂ ਜਾਂ ਘਟਨਾਕ੍ਰਮ ਹੈ ਸਾਰੀ ਇਕਾਂਗੀ ਦਾ, ਜੋ ਲੜੀਆਂ ਹਨ ਉਹ ਬੜੀਆਂ ਤਰਤੀਬਵਾਰ ਫਿੱਟ ਹਨ ਔਰ ਜਿਸ ਸਦਕਾ ਇਕਾਂਗੀ ਦੇ ਵਿੱਚ ਇੱਕ ਰਸਮਈ ਵਾਤਾਵਰਨ ਪੈਦਾ ਹੋ ਜਾਂਦਾ ਹੈ। ਹਾਸ ਰਸ ਵੀ ਹੈ ਇਕਾਂਗੀ ਦੇ ਵਿੱਚ, ਹਾਲਾਂਕਿ ਬਹੁਤ ਗੰਭੀਰ ਵਿਸ਼ੇ ਨੂੰ ਲੈ ਕੇ ਇਹ ਲਿਖਿਆ ਗਿਆ ਇਕਾਂਗੀ ਹੈ। ਇਸ ਦਾ ਅੰਤ ਬੜਾ ਦੁਖਦਾਈ ਹੈ, ਪਰ ਸੁਪਨੇ ਦੇ ਵਿੱਚ ਜਦੋਂ ਸਾਰੇ ਭਰਾ ਜਿਹੜੇ ਨੇ ਆਪਸ ਦੇ ਵਿੱਚ ਹੱਸ ਖੇਡ ਰਹੇ ਹਨ ਅਤੇ ਉੱਥੇ ਖਾਸ ਕਰਕੇ ਜਦੋਂ ਜੰਗੀਰ ਸਿੰਘ ਦਾ ਆਗਮਨ ਹੁੰਦਾ ਹੈ ਤਾਂ ਕਿਉਂਕਿ ਉਹ ਰੌਣਕੀ ਬੰਦਾ ਹੈ, ਘਰ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਰੌਣਕ ਲਾ ਦਿੰਦਾ ਹੈ ਆਪਣੇ ਗੱਲਾਂ ਦੇ ਨਾਲ। ਸੋ ਪਲਾਟ ਪੱਖੋਂ ਵੀ ਇਸ ਇਕਾਂਗੀ ਨੂੰ ਅਸੀਂ ਬੜਾ ਉਸਾਰੂ ਪਲਾਟ ਦਾ ਦਰਜਾ ਦੇ ਸਕਦੇ ਹਾਂ। ਉਦੇਸ਼ ਜੋ ਹੈ ਇਸ ਇਕਾਂਗੀ ਦਾ, ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਵਿਸ਼ੇ ਦੇ ਵਿੱਚ, ਕਿ ਮਾਇਆਧਾਰੀ ਅਤੇ ਮਾਇਆਹੀਣ ਮਨੁੱਖ ਜੋ ਹੈ ਸਮਾਜ ਦੇ ਵਿੱਚ ਉਹਨਾਂ ਦੀ ਸਥਿਤੀ ਨੂੰ ਸਪਸ਼ਟ ਕਰਨਾ ਅਤੇ ਨਾਲ ਦੀ ਨਾਲ ਇਹ ਦਰਸਾਉਣਾ ਕਿ ਗਰੀਬ ਮਨੁੱਖ ਦੀ ਜ਼ਿੰਦਗੀ ਜੋ ਹੈ ਉਸ ਦੇ ਵਿੱਚ ਖੁਸ਼ੀਆਂ ਜੋ ਹਨ ਸਦਾ ਦੇ ਲਈ ਮਨਫੀ ਹੋ ਜਾਂਦੀਆਂ ਹਨ ਔਰ ਉਹ ਖੁਸ਼ੀਆਂ ਜੇਕਰ ਚਾਹਵੇ ਵੀ ਤਾਂ ਉਸ ਨੂੰ, ਕਿਉਂਕਿ ਦੌਲਤ ਦੀ ਘਾਟ ਸਦਕਾ, ਪੈਸੇ ਦੀ ਘਾਟ ਸਦਕਾ ਉਹਨਾਂ ਦਾ ਸਮਾਜਿਕ ਰੁਤਬਾ ਵੀ ਜਿਹੜਾ ਹੈ ਉਹ ਡਗਮਗਾ ਜਾਂਦਾ ਹੈ, ਜਿਸ ਸਦਕਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਸੁਪਨੇ ਦੇ ਨਿਆਈ ਬਣ ਕੇ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ ਹਕੀਕਤ ਰੂਪ ਦੇ ਵਿੱਚ ਮਾਨਣਾ ਉਹਨਾਂ ਦੇ ਹਿੱਸੇ ਨਹੀਂ ਆਉਂਦਾ। ਵਾਰਤਾਲਾਪ ਇਸ ਇਕਾਂਗੀ ਦੇ ਕਹਾਣੀ ਦੀ ਲੜੀ ਨੂੰ ਅੱਗੇ ਤੋਰਨ ਦੇ ਵਿੱਚ ਕਾਫੀ ਸਹਾਈ ਸਿੱਧ ਹੁੰਦੇ ਹਨ, ਕਿਉਂਕਿ ਇਸ ਇਕਾਂਗੀ ਦੇ ਵਿੱਚ ਜਿੰਨਾ ਵੀ ਵਾਰਤਾਲਾਪ ਹੈ ਉਹ ਬੜਾ ਟੁੰਬਵਾਂ ਹੈ ਅਤੇ ਕਹਾਣੀ ਦੀਆਂ ਲੜੀਆਂ ਨੂੰ ਅੱਗੇ ਤੋਰਨ ਦੇ ਵਿੱਚ ਸਹਾਈ ਹੁੰਦਾ ਹੈ। ਔਰ ਖ਼ਾਸ ਕਰਕੇ ਵਾਰਤਾਲਾਪ ਦਾ ਜਿਹੜਾ ਪੁੱਟ ਹੈ ਉਹਦੇ ਵਿੱਚ ਰੋਮਾਂਟਿਕ ਅੰਸ਼ ਦੀ ਵੀ ਪ੍ਰਧਾਨਤਾ ਹੈ ਔਰ ਵਾਰਤਾਲਾਪ ਜੋ ਹੈ ਉਹ ਬੇਹੱਦ ਯਥਾਰਥਕ ਹੈ, ਭਾਵ ਕੁਦਰਤੀ ਹੈ। ਉਸ ਦੇ ਵਿੱਚ ਵਾਸਤਵਿਕਤਾ ਨਜ਼ਰ ਆਉਂਦੀ ਹੈ ਸਾਨੂੰ ਪੇਂਡੂ ਸਮਾਜ ਦੀਆਂ ਸਮੱਸਿਆਵਾਂ ਦੀ। ਰੰਗਮੰਚ ਦੀ ਦ੍ਰਿਸ਼ਟੀ ਤੋਂ ਵੀ ਅਸੀਂ ਇਸ ਇਕਾਂਗੀ ਨੂੰ ਇੱਕ ਸਫਲ ਇਕਾਂਗੀ ਦਾ ਦਰਜਾ ਦੇ ਸਕਦੇ ਹਾਂ, ਕਿਉਂਕਿ ਇਸ ਇਕਾਂਗੀ ਨੂੰ ਪ੍ਰਗਟਾਉਣ ਦੇ ਲਈ ਆਮ ਪੇਂਡੂ ਪਰਿਵਾਰ ਦਾ ਇੱਕ ਜੋ ਘਰ ਦਾ ਵਿਹੜਾ ਹੁੰਦਾ ਹੈ ਉਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਸਮਾਨ ਜੋ ਹੈ ਕੀਮਤੀ ਨਹੀਂ ਹੈ ਜਿਸ ਨੂੰ ਦਰਸਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਏ। ਘਟਨਾਵਾਂ ਦੀ ਜੋ ਏਕਤਾ ਹੈ, ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਨਿਰੰਤਰ ਬਣੀ ਹੋਣ ਸਦਕਾ ਰੰਗਮੰਚ ਦੇ ਉੱਤੇ ਇਸ ਇਕਾਂਗੀ ਨੂੰ ਬੜੀ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਪਾਤਰ ਉਸਾਰੀ। ਪਾਤਰ ਉਸਾਰੀ ਇਸ ਇਕਾਂਗੀ ਦੀ ਅਜਮੇਰ ਸਿੰਘ ਔਲਖ ਨੇ
ਬਹੁਤ ਹੀ ਨੀਝ ਦੇ ਨਾਲ ਕੀਤੀ ਹੈ। ਖਾਸ ਕਰਕੇ ਜੋ ਇਸ ਇਕਾਂਗੀ ਦਾ ਮੁੱਖ ਪਾਤਰ ਸੰਤੂ ਹੈ, ਕਿਉਂਕਿ ਉਸਦੀ ਪਤਨੀ ਦਾ ਜੋ ਹੈ ਉਸਦੇ ਜੀਵਨ ਦੇ ਵਿੱਚੋਂ ਤੁਰ ਜਾਣਾ, ਕਿਉਂਕਿ ਇਸ ਪੜਾਅ 'ਤੇ ਜਾ ਕੇ ਮਨੁੱਖ ਨੂੰ ਆਪਣੇ ਦਿਲ ਦੇ ਭਾਵ ਸਾਂਝੇ ਕਰਨ ਦੀ, ਆਪਣੇ ਦੁੱਖ ਸੁੱਖ ਫੋਲਣ ਦੀ ਜੋ ਜ਼ਰੂਰਤ ਹੁੰਦੀ ਹੈ, ਆਪਣੀ ਪਤਨੀ ਦੀ ਅਣਹੋਂਦ ਦੇ ਵਿੱਚ ਉਹ ਬੜਾ ਇੱਕ ਤਰ੍ਹਾਂ ਦੇ ਨਾਲ ਪਾਗਲਾਂ ਵਾਲੀ ਸਥਿਤੀ ਦੇ ਵਿੱਚ ਹੈ। ਔਰ ਦੂਜੇ ਪਾਸੇ ਘਰ ਦੀਆਂ ਜੋ ਨਾ ਖੁਸ਼ਗਵਾਰ ਪਰਿਸਥਿਤੀਆਂ ਹਨ ਉਹ ਵੀ ਉਸ ਨੂੰ ਬਹੁਤ ਦੁਖੀ ਕਰ ਰਹੀਆਂ ਹਨ। ਅਤੇ ਉਸ ਦੇ ਪੁੱਤਰ ਜਿਹੜੇ ਹਨ ਧਰਮਾ, ਜਿਵੇਂ ਕਿ ਧਰਮਾ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ, ਕਿਉਂਕਿ ਇਹ ਇੱਕ ਕਾਇਰ ਕਿਸਮ ਦਾ ਇਨਸਾਨ ਅਸੀਂ ਕਹਿ ਸਕਦੇ ਹਾਂ, ਜੋ ਕਿ ਵਾਸਤਵਿਕ ਜੋ ਸਥਿਤੀਆਂ ਹਨ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨ ਤੋਂ ਮੂੰਹ ਮੋੜਦਾ ਹੈ, ਪਲਾਇਨਵਾਦੀ ਹੈ, ਭਾਂਜਵਾਦੀ ਹੈ, ਔਰ ਧਰਮ ਦਾ ਆਸਰਾ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਾਲਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਭੁੱਲ ਜਾਂਦਾ ਹੈ ਕਿ ਧਰਮ ਵੀ ਮਨੁੱਖ ਨੂੰ ਜੋ ਹੈ ਕਰਮ ਕਰਨ ਦੀ ਸਿੱਖਿਆ ਦਿੰਦਾ ਹੈ। ਦੂਜੇ ਪਾਸੇ ਜੋ ਕਰਮਾ ਹੈ, ਕਰਮੇ ਦਾ ਇਸ ਇਕਾਂਗੀ ਦੇ ਵਿੱਚ ਜੱਟ ਹੋਣ ਦੇ ਬਾਵਜੂਦ ਵੀ ਬਰਾਬਰ ਦੇ ਜੱਟਾਂ ਦੇ ਘਰ ਦੇ ਵਿੱਚ ਸਿਰੀ ਹੋ ਕੇ ਘਰ ਦੇ ਜੋ ਆਰਥਿਕ ਹਾਲਾਤ ਨੇ ਉਹਨਾਂ ਨੂੰ ਠੁੰਮਣਾ ਦੇਣਾ, ਅਸਲ ਦੇ ਵਿੱਚ ਉਸ ਦੀ ਆਪਣੇ ਹੱਥੀਂ ਕਰਮ ਕਰਨ ਦੀ ਜੋ ਸ਼ਕਤੀ ਦੇ ਉੱਤੇ ਵਿਸ਼ਵਾਸ ਕਰਨ ਦੀ ਧਾਰਨਾ ਹੈ, ਉਸ ਦੀ ਪ੍ਰੋੜਤਾ ਕਰਦਾ ਹੈ। ਅਤੇ ਜੋ ਨਾਰੀ ਹੈ, ਇਹ ਤਾਂ ਕੁਦਰਤੀ ਗੱਲ ਹੈ ਕਿ ਨਾਬਰੀ ਦਾ ਪ੍ਰਤੀਕ ਸੀ। ਉਸ ਨੇ ਜ਼ਿੰਦਗੀ ਦੇ ਵਿੱਚ ਨਾ ਤਾਂ ਮੁਹੱਬਤ ਹਾਸਿਲ ਕਰ ਸਕਿਆ, ਨਾ ਹੀ ਜੀਵਨ ਜਿਉ ਸਕਿਆ, ਅਤੇ ਸਭ ਤੋਂ ਵੱਡੀ ਗੱਲ ਕਿ ਉਹ ਆਪਣੇ ਪਿੱਛੇ ਆਪਣੇ ਬਚਦੇ ਪਰਿਵਾਰ, ਆਪਣੇ ਭਰਾਵਾਂ ਦੀ ਜ਼ਿੰਦਗੀ ਦੇ ਵਿੱਚ ਵੀ ਸਦਾ ਦੇ ਲਈ ਦੁਖਾਂਤ ਦਾ ਵਾਤਾਵਰਨ ਪੈਦਾ ਕਰਕੇ ਚਲਾ ਗਿਆ। ਧਿੰਦੀ ਇਸ ਇਕਾਂਗੀ ਦੇ ਵਿੱਚ ਇੱਕ ਅਜਿਹਾ ਪਾਤਰ ਹੈ ਜੋ ਕਿ ਬੇਹੱਦ ਨਸ਼ਿਆਂ ਦੇ ਵਿੱਚ ਗਲਤਾਨ ਹੈ। ਔਰ ਨਸ਼ਿਆਂ ਦੇ ਵਿੱਚ ਗਲਤਾਨ ਕਿਉਂ ਹੈ? ਕਿਉਂਕਿ ਉਸ ਨੂੰ ਆਪਣਾ ਭਵਿੱਖ ਜੋ ਹੈ ਉਹ ਨਜ਼ਰ ਨਹੀਂ ਆ ਰਿਹਾ। ਬੜਾ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਕਿ ਜੋ ਅਜੋਕਾ ਨੌਜਵਾਨ ਵਰਗ ਹੈ ਉਸ ਦੀ ਪ੍ਰਤੀਨਿਧਤਾ ਕਰਨ ਵਾਲਾ ਹੈ। ਜਦੋਂ ਭਵਿੱਖ ਦੇ ਵਿੱਚ ਕੋਈ ਆਸ ਨਹੀਂ ਹੈ, ਵਰਤਮਾਨ ਵੀ ਉਸਨੇ ਨਸ਼ਿਆਂ ਦੇ ਵਿੱਚ ਖੋਰ ਕੇ ਬਰਬਾਦ ਕਰ ਲਿਆ ਹੈ। ਔਰ ਇਸੇ ਤਰ੍ਹਾਂ ਜੋ ਇਸ ਇਕਾਂਗੀ ਦੇ ਵਿੱਚ ਜੰਗੀਰਾ ਨਾਂ ਦਾ ਪਾਤਰ ਹੈ, ਜਿਸ ਨੂੰ ਲੱਕੜ ਚੱਬ ਵੀ ਕਿਹਾ ਜਾਂਦਾ ਹੈ। ਅਸਲ ਦੇ ਵਿੱਚ ਅਜਿਹੇ ਪਾਤਰ ਆਮ ਸਾਨੂੰ ਪਿੰਡਾਂ ਦੇ ਵਿੱਚ ਮਿਲਦੇ ਹਨ, ਜੋ ਆਪਣੀ ਕਿਸੇ ਖਾਸ ਅੰਦਾਜ਼ ਵਿੱਚ ਗੱਲ ਕਰਨ ਸਦਕਾ ਪਿੰਡ ਦੇ ਵਿੱਚ ਰੌਣਕਾਂ ਲਾਈ ਰੱਖਦੇ ਹਨ। ਔਰ ਉਹ ਇੱਕ ਵਾਸਤਵਿਕ ਕਰੈਕਟਰ ਹੈ, ਪਾਤਰ ਕਹਿ ਸਕਦੇ ਹਾਂ, ਜਿਹੜਾ ਧਰਮੇ ਨਾਰੀ, ਧਰਮੇ ਕਰਮੇ ਅਤੇ ਧਿੰਦੀ ਦੇ ਲਈ ਵੀ ਚਿੰਤਿਤ ਹੈ, ਔਰ ਚਾਹੁੰਦਾ ਹੈ ਕਿ ਉਹਨਾਂ ਦੇ ਵਿੱਚੋਂ ਕਿਸੇ ਇੱਕ ਭਰਾ ਦਾ ਵੀ ਜੇਕਰ ਵਿਆਹ ਹੋ ਜਾਵੇ ਅਤੇ ਘਰ ਦੇ ਵਿੱਚ ਰੋਟੀ ਪੱਕਦੀ ਹੋ ਜਾਏ, ਘਰ ਦੇ ਵਿੱਚ ਖੁਸ਼ੀਆਂ ਜੋ ਹਨ ਉਹ ਮੋੜ ਆਉਣ। ਪਰ ਉਸ ਨੂੰ ਇਹ ਵੀ ਪਤਾ ਹੈ, ਕਿਉਂਕਿ ਬੇਜ਼ਮੀਨੇ ਜੱਟ ਜਿਹੜੇ ਹਨ ਉਹਨਾਂ ਦਾ ਸਮਾਜ ਦੇ ਵਿੱਚ ਜਾਂ ਸਮਾਜ ਦਾ ਉਹਨਾਂ ਦੇ ਪ੍ਰਤੀ ਨਜ਼ਰੀਆ ਜੋ ਹੈ ਉਹ ਕਿੰਨਾ ਨਾ ਪੱਖੀ ਹੁੰਦਾ ਹੈ। ਨਾ ਤਾਂ ਉਹ ਕੰਮ ਕਰਨ ਜੋਗੇ ਹਨ ਬਾਹਰ ਜਾ ਕੇ, ਅਤੇ ਨਾ ਹੀ ਉਹ ਆਪਣੇ ਪਰਿਵਾਰ ਦੀਆਂ ਸਥਿਤੀਆਂ ਨੂੰ ਖੁਸ਼ਗਵਾਰ ਬਣਾਉਣ ਦੇ ਵਿੱਚ ਕੋਈ ਹਿੱਸਾ ਪਾਉਣ ਦੇ ਵਿੱਚ, ਕੋਈ ਹੱਥੀਂ ਕਰਮ ਕਰਨ ਦੇ ਵਿੱਚ ਉਹਨਾਂ ਦਾ ਯਕੀਨ ਹੀ ਹੈ। ਇਸ ਤਰ੍ਹਾਂ ਪਾਤਰ ਉਸਾਰੀ ਦੇ ਪੱਖੋਂ ਜਿਹੜਾ ਹੈ ਇਸ ਇਕਾਂਗੀ ਨੂੰ ਅਸੀਂ ਇੱਕ ਸਫਲ ਇਕਾਂਗੀ ਦਾ ਦਰਜਾ ਦੇ ਸਕਦੇ ਹਾਂ, ਜਿਸ ਨੇ ਜੋ ਸਾਡੇ ਮਾਲਵਾ ਖਿੱਤਾ, ਖਾਸ ਕਰਕੇ ਜੋ ਪੇਂਡੂ ਸੱਭਿਆਚਾਰ ਹੈ ਉਸ ਦੇ ਬੇਹੱਦ ਜੋ ਵਾਸਤਵਿਕ ਦੀਦਾਰ ਕਰਵਾਏ ਹਨ। ਵਾਤਾਵਰਣ ਇਸ ਇਕਾਂਗੀ ਦਾ ਜੋ ਹੈ ਉਹ ਵੀ ਕੁਦਰਤੀ ਹੈ, ਅਤੇ ਮਾਲਵੇ ਖਿੱਤੇ ਦੇ ਜੋ ਕਿਸਾਨਾਂ ਦੀ ਜੋ ਜ਼ਿੰਦਗੀ ਹੈ, ਖਾਸ ਕਰਕੇ ਜੋ ਬੇਜ਼ਮੀਨੇ ਜੱਟਾਂ ਦੀ, ਉਸ ਦਾ ਬੜਾ ਸਜੀਵ ਚਿੱਤਰ ਇਸ ਇਕਾਂਗੀ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਭਾਸ਼ਾ ਸ਼ੈਲੀ ਕਿਉਂਕਿ ਕੁਦਰਤੀ ਹੈ ਕਿ ਜਦੋਂ ਅਜਮੇਰ ਸਿੰਘ ਔਲਖ ਹੈ ਹੀ ਆਂਚਲਿਕ ਨਾਟਕਕਾਰ, ਜਦੋਂ ਉਹ ਮਾਲਵਾ ਖਿੱਤੇ ਦੀਆਂ ਸਮੱਸਿਆਵਾਂ ਨੂੰ ਹੀ ਉਲੀਕਦਾ ਹੈ ਅਤੇ ਉਸ ਦੀ ਭਾਸ਼ਾ ਜਾਂ ਉਸ ਦੀ ਗੱਲਬਾਤ ਜਾਂ ਵਾਰਤਾਲਾਪ ਦੀ ਜੋ ਸ਼ੈਲੀ ਹੈ ਉਹ ਮਲਵਈ ਪ੍ਰਭਾਵਿਤ ਹੈ। ਸਿਰਲੇਖ ਵਜੋਂ ਵੀ ਇਹ ਇਕਾਂਗੀ ਬੜਾ ਹੀ ਸਟੀਕ ਸਿਰਲੇਖ ਹੈ। ਇਸ ਇਕਾਂਗੀ ਦਾ ਸਫਲ ਇਕਾਂਗੀ ਕਹਿ ਸਕਦੇ ਹਾਂ। ਸਿਰਲੇਖ ਢੁਕਵਾਂ ਹੈ, ਫਬਵਾਂ ਹੈ, ਵਿਸ਼ੇ ਦੇ ਨਾਲ ਸਿੱਧਾ ਸੰਬੰਧਿਤ ਹੈ, ਔਰ ਸਾਰੀਆਂ ਘਟਨਾਵਾਂ ਜੋ ਹਨ ਉਹ ਤੂੜੀ ਵਾਲਾ ਕੋਠਾ ਜਿਸ ਦੇ ਨਾਲ ਇੱਕ ਆਮ ਮਨੁੱਖ ਨੂੰ ਤੁਲਨਾਇਆ ਗਿਆ ਹੈ ਉਸ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਔਰ ਖਾਸ ਕਰਕੇ ਇਸ ਇਕਾਂਗੀ ਦੇ ਅੰਤ ਦੇ ਵਿੱਚ ਜੋ ਸ਼ਬਦ ਆਉਂਦੇ ਹਨ ਕਿ ਮਾਇਆ ਦੀ ਇਸ ਦੁਨੀਆ ਅੰਦਰ ਤੂੰ ਇੱਕ ਪੈਸਾ ਖੋਟਾ, ਕਾਹਦੇ ਲਈ ਰੱਖੀ ਸਾਂਭ ਕੇ ਤੇਰੀ ਦੇਹ ਤੂੜੀ ਦਾ ਕੋਠਾ, ਜਾਂ ਫਿਰ ਇੱਕ ਹੋਰ ਦੋਹਾ ਐਂਡ ਦੇ ਵਿੱਚ ਜਿਹੜਾ ਅਖੀਰ ਦੇ ਵਿੱਚ ਬੋਲਿਆ ਜਾਂਦਾ ਹੈ ਕਿ ਘਰ ਦੀ ਨਾਰ ਬਿਨਾਂ
ਕੋਈ ਨਾ ਭਰਾਵੋ ਜੂਨਾ ਇਸ ਇਕਾਂਗੀ ਦੇ ਮਨੋਰਥ ਨੂੰ ਜੋ ਹੈ ਪੂਰੀ ਤਰ੍ਹਾਂ ਸਪਸ਼ਟ ਕਰ ਦਿੰਦੇ ਹਨ ਕਿ ਘਰ ਦੇ ਵਿੱਚ, ਸਮਾਜ ਦੇ ਵਿੱਚ ਜਾਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਔਰਤ ਦੀ ਅਹਿਮੀਅਤ ਜਾਂ ਔਰਤ ਦਾ ਸਥਾਨ ਬੇਹੱਦ ਜ਼ਰੂਰੀ ਹੈ। ਔਰਤ ਤੋਂ ਬਿਨਾਂ ਘਰ ਭੂਤਾਂ ਦਾ ਵਾੜਾ ਬਣ ਕੇ ਰਹਿ ਜਾਂਦਾ ਹੈ। ਮਨੁੱਖ ਦੀ ਜ਼ਿੰਦਗੀ ਜਿਹੜੀ ਹੈ ਉਹ ਕਿਸ ਤਰ੍ਹਾਂ ਨਾ ਖੁਸ਼ਗਵਾਰ ਹੋ ਕੇ ਰਹਿ ਜਾਂਦੀ ਹੈ। ਇਹਨਾਂ ਘਟਨਾਵਾਂ ਜਾਂ ਇਹਨਾਂ ਤੱਥਾਂ ਨੂੰ ਇਸ ਇਕਾਂਗੀ ਦੇ ਵਿੱਚ ਨਾਟਕਕਾਰ ਪੇਸ਼ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਹੈ। ਸੋ ਸਮੁੱਚੇ ਰੂਪ ਦੇ ਵਿੱਚ ਜਾਂ ਨਿਚੋੜ ਦੇ ਵਿੱਚ, ਨਿਸ਼ਕਰਸ਼ ਦੇ ਵਿੱਚ ਕਹਿਣਾ ਚਾਹੇ ਤਾਂ ਅਜਮੇਰ ਸਿੰਘ ਔਲਖ ਜੋ ਹੈ ਉਹ ਪੇਂਡੂ ਸਮਾਜ ਨੂੰ ਜੋ ਹੈ ਕਰਮ ਭੂਮੀ ਵਜੋਂ ਆਪਣੇ ਨਾਟਕਾਂ ਦੇ ਵਿੱਚ, ਆਪਣੀਆਂ ਇਕਾਂਗੀਆਂ ਦੇ ਵਿੱਚ ਪੇਸ਼ ਕਰਦਾ ਹੈ। ਭਾਵ ਨਾਟਕਾਂ ਦੀ ਜੋ ਉਸਦਿਆਂ ਦੀ ਕਰਮ ਭੂਮੀ ਹੈ ਉਹ ਮਜ਼ਦੂਰ ਜਾਂ ਕਿਸਾਨ ਵਰਗ ਦੀ ਜ਼ਿੰਦਗੀ ਨੂੰ ਪੇਸ਼ ਕਰਨ ਤੱਕ ਹੀ ਸੀਮਿਤ ਹੈ। ਭਾਵ ਜੋ ਪੇਂਡੂ ਸਮਾਜ ਹੈ ਉਸ ਨੂੰ ਉਹ ਕੇਂਦਰੀ ਧੁਰਾ ਬਣਾ ਕੇ ਆਪਣੇ ਨਾਟਕਾਂ ਦੇ ਵਿੱਚ ਪੇਸ਼ ਕਰਦਾ ਹੈ ਅਤੇ ਉਸ ਨੂੰ ਪੇਸ਼ ਕਰਨ ਦੇ ਵਿੱਚ ਪੂਰੀ ਤਰ੍ਹਾਂ ਸਫਲ ਵੀ ਰਿਹਾ ਹੈ। ਸੋ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਤੂੜੀਵਾਲਾ ਕੋਠਾ ਇਕਾਂਗੀ ਦੇ ਵਿਸ਼ੇ ਬਾਰੇ, ਉਦੇਸ਼ ਬਾਰੇ ਅਤੇ ਇਸ ਦੀ ਸਾਹਿਤਕ ਆਲੋਚਨਾ ਦੇ ਬਾਰੇ ਸੰਪੂਰਨ ਰੂਪ ਦੇ ਵਿੱਚ ਸਪਸ਼ਟ ਹੋ ਗਿਆ ਹੋਵੇਗਾ। ਸੋ ਜੁੜੇ ਰਹਿਣਾ ਇਸ ਚੈਨਲ ਦੇ ਨਾਲ, ਵੇਖਦੇ ਰਹਿਣਾ ਅਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ। ਮਿਲਾਂਗੇ ਅਗਲੇ ਵੀਡੀਓ ਦੇ ਵਿੱਚ। ਤਦ ਤੱਕ ਲਈ ਇਜਾਜ਼ਤ। ਧੰਨਵਾਦ।